ਪਿੱਛੇ ਨਹੀਂ ਹਟੇਗੀ ਬੀਜੇਪੀ 2022 ਦੀਆਂ ਚੋਣਾਂ ਦੇ ਵਿੱਚ ਮੁੱਦਾ ਬਣਾਏਗੀ ਬੀਜੇਪੀ ਔਰ ਬੀਜੇਪੀ ਆਗੂ ਸੁਰਜੀਤ ਜਿਆਣੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਘੋਸ਼ਣਾ ਪੱਤਰ ਦੇ ਵਿੱਚ ਕਾਨੂੰਨ ਲਾਗੂ ਕਰਨ ਦਾ ਵਾਅਦਾ ਕਰਾਂਗੇ, ਇਹ ਉਹਨਾਂ ਨੇ ਕਿਹਾ ਹੈ ਕਿ ਮੈਨੀਫੈਸਟੋ ਦੇ ਵਿੱਚ ਇਸ ਖੇਤੀ ਕਾਨੂੰਨਾਂ ਦਾ ਵੀ ਜ਼ਿਕਰ ਹੋਵੇਗਾ ਕਿ ਇਸ ਕਾਨੂੰਨ ਨੂੰ ਲਾਗੂ ਕਰਨ ਦਾ ਵਾਅਦਾ ਵੀ ਕੀਤਾ ਜਾਵੇਗਾ। ਪੰਜਾਬ ਦੇ ਵਿੱਚ ਸਰਕਾਰ ਬਣੀ ਤਾਂ ਨਵੇਂ ਕਾਨੂੰਨ ਲਾਗੂ ਕਰਾਂਗੇ। ਤਿੰਨੋਂ ਕਾਨੂੰਨ ਕਿਸਾਨਾਂ ਦੇ ਹਿੱਤ ਦੇ ਵਿੱਚ ਨੇ। ਸੁਰਜੀਤ ਜਿਆਣੂ ਵੱਲੋਂ ਇਹ ਗੱਲ ਕਹੀ ਗਈ ਔਰ ਖੇਤੀ ਖੇਤਰ ਦੇ ਵਿੱਚ ਸੁਧਾਰ ਦੇ ਲਈ ਕਾਨੂੰਨ ਜ਼ਰੂਰੀ ਨੇ। ਤੇ ਸੁਰਜੀਤ ਜਿਆਣੀ ਵੱਲੋਂ ਵੱਡੀ ਸਟੇਟਮੈਂਟ ਸਾਹਮਣੇ ਆਈ ਹੈ। ਉਹਨਾਂ ਨੇ ਕਿਹਾ ਕਿ ਘੋਸ਼ਣਾ ਪੱਤਰ ਦੇ ਵਿੱਚ ਕਾਨੂੰਨ ਲਾਗੂ ਕਰਨ ਦਾ ਵਾਅਦਾ ਕੀਤਾ ਜਾਵੇਗਾ। 2022 ਦੀਆਂ ਚੋਣਾਂ ਦੇ ਵਿੱਚ ਇਸ ਨੂੰ ਬੀਜੇਪੀ ਮੇਨ ਮੁੱਦਾ ਬਣਾ ਕੇ ਚੱਲੇਗੀ ਔਰ ਜੇਕਰ ਪੰਜਾਬ ਦੇ ਵਿੱਚ ਸਰਕਾਰ ਬਣਦੀ ਆ ਤਾਂ ਨਵੇਂ ਕਾਨੂੰਨ ਲਾਗੂ ਵੀ ਕੀਤੇ ਜਾਣਗੇ। 14 ਫਰਵਰੀ ਦੀਆਂ ਨਗਰ ਨਿਗਮ ਚੋਣਾਂ ਨੂੰ ਸੈਮੀ ਫਾਈਨਲ ਦੇ ਤੌਰ ਤੇ ਦੇਖਿਆ ਜਾ ਰਿਹਾ। 2022 ਵਿਧਾਨ ਸਭਾ ਚੋਣਾਂ ਨੂੰ ਹੁਣ ਜ਼ਿਆਦਾ ਸਮਾਂ ਨਹੀਂ ਬਚਿਆ ਔਰ ਅਜਿਹੇ 'ਚ ਬੀਜੇਪੀ ਦਾ ਜਿਸ ਤਰੀਕੇ ਨਾਲ ਵਿਰੋਧ ਹੋ ਰਿਹਾ, ਪਿੰਡਾਂ 'ਚ ਨਹੀਂ ਵੜਨ ਦਿੱਤਾ ਜਾ ਰਿਹਾ, ਘਰਾਂ ਦੇ ਬਾਹਰ ਧਰਨੇ ਲਗਾਏ ਜਾ ਰਹੇ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਔਰ ਅਜਿਹੇ 'ਚ ਬੀਜੇਪੀ ਇਹ ਦਾਅਵਾ ਕਰ ਰਹੀ ਹੈ ਕਿ ਅਸੀਂ ਜਿੱਤਾਂਗੇ, ਸੈਮੀ ਫਾਈਨਲ ਨੂੰ ਜਿੱਤਾਂਗੇ। ਸੁਰਜੀਤ ਕੁਮਾਰ ਜੈਨੀ ਮੇਰੇ ਨਾਲ ਨੇ। ਜੈਨੀ ਸਾਹਿਬ, ਸੈਮੀ ਫਾਈਨਲ ਹੈ ਔਰ ਤੁਹਾਨੂੰ ਕਿਵੇਂ ਲੱਗ ਰਿਹਾ ਜਿੱਤਾਂਗੇ? ਤੁਹਾਨੂੰ ਤਾਂ ਵੜਨ ਨਹੀਂ ਦਿੱਤਾ ਜਾ ਰਿਹਾ। देखो ये एक साजिश है, साजिश के तहत सारा काम हो रहा है, बिलों के विच कोई नुक्स नहीं। मैं कहना चाहना कि विरोध करो जे अगर करने वाली चीज हो। मैं नौजवानों को अपील करना, प्रार्थना करदा कि तुसी किसी दे पीछे ना लगो। तुसी ये बिल हैगा, कानून है, देख लो, पढ़ लो, पढ़ा लो, सोच लो, समझ लो। किसानों के हित विच जी गल्लां हैगियां कंटैक्ट फार्मिंग दी गल्लां तां असीं साडे दादे पड़दादे ही करदे सी। अद्ध ते जमीन देना, 5वें 6 जमीन देना, फसल दा देना। असीं चाहते सी ये राजेवाल साहब ने 1400 बंदे च किसानां च परचा 30-30 किलो गठड़ी लेके आए सी। हरियाणे च ते परचे कराए सी भी सानू बाहर दी आजादी, वो आजादी मिली है। अजे लोग किस तरह बैठे मैनू नहीं पता। असीं 22 नूं इलैक्शन आएगा, असीं किसान जो भी असीं कहा, देखो अज पंजाब दे विच भारतीय जनता पार्टी श्रोमणी अकाली दल दी सरकार सारी सीगी। सानू उत्तों सेंटर तो बड़ा आशीर्वाद बादल साहब नूं मिलदा रहा, बादल साहब दा सानू भी मिलदा रहा। जो पंजाब च किसानां दा काम होया वो किसी तो छुपिया नहीं है। और जो मोदी साहब ने अज कीता है, सब तो बड़ा मोदी साहब ने काम कीता है। जिहड़ा बंदा गरीब बीमारी नाल मर जांदा सी, जिहड़ा 5 लाख रुपया ਜਦੋਂ तक ਇਹ ਕਾਨੂੰਨਾਂ ਦਾ ਵਿਰੋਧ ਹੋ ਰਿਹਾ, ਸਰਕਾਰ ਨੇ ਵਾਪਸ ਨਾ ਲਏ ਤਾਂ 2022 ਤੁਸੀਂ ਜਿੱਤ नहीं पाना। देखो गल सुनो, वापस लेने की गल नहीं है। वो जथेबंदियां जिद कर रही है, बिना वजह जिद कर रही है। जो सरकार कानून एक व्यवस्था है और व्यवस्था भी सरकार ने कहता जो मर्जी पवा लो। और मोदी साहब ने कहता भी एक फोन की देरी है, आज गल कर लो। और जो किसान दे हित विच चाहते हो गल कर लो। तो असीं तां 22 दे विच इलैक्शनां दे मैनीफेस्टो ते देंगे भी आ गल करांगे, किसान दा भला करना है। ਤੁਸੀਂ ਕੀ ਕਹਿ ਰਹੇ ਹੋ? 2022 ਚ ਮੈਨੀਫੈਸਟੋ ਖੇਤੀ ਕਾਨੂੰਨਾਂ ਦਾ ਤੁਸੀਂ ਵੱਡਾ ਬਿਆਨ ਦੇ ਰਹੇ ਹੋ। ਤੁਸੀਂ मैं कि बड़ा नहीं है, इस तो बड़ा बयान देंगा कि 22 देखो किसान दा भला करना है। ਲੇਕਿਨ ਜੋ ਵਿਰੋਧ ਹੋ ਰਿਹਾ, ਤੁਸੀਂ ਕਹਿ ਰਹੇ ਹੋ 2022 ਚ ਉਹਨੂੰ ਮੈਨੀਫੈਸਟੋ ਚ ਰੱਖੋਗੇ। कोई गल सुनो, मैनीफेस्टो च रखोगे तुसीं कह रहे हो? मैनीफेस्टो च रखा जो असीं मैनीफेस्टो चीज़ां रखियां सी वो पूरी कीतियां, अज तक कीतियां। मैं मेरे फाजिलका जी अगर ਖੇਤੀ ਕਾਨੂੰਨਾਂ ਨੂੰ ਤੁਸੀਂ ਮੈਨੀਫੈਸਟੋ ਚ ਰੱਖੋਗੇ ਕਿ ਅਗਰ ਪੰਜਾਬ ਚ ਬੀਜੇਪੀ ਦੀ ਸਰਕਾਰ ਬਣੀ ਤਾਂ ਇਹ ਕਾਨੂੰਨ ਲਾਗੂ ਹੋਣਗੇ, ਤੁਸੀਂ ਇਹ ਕਹਿ ਰਹੇ ਹੋ? मैं किसान हाँ, निरोल किसान हाँ, किसानों के प्रति मेरी हमदर्दी है। और किसान जे खुशहाल होएगा, सूबा खुशहाल होएगा, सूबा खुशहाल है, देश खुशहाल होएगा। 22 दे चोणां दे विच असीं किसानी मुद्दा यही रख के लोगों ਦੇ ਵਿੱਚ ਜਾਵਾਂਗੇ। और झूठ ਜਿਹੜੀ ਹੈ ਜ਼ਿਆਦਾ ਦਿਨ ਨਹੀਂ ਚੱਲਦੀ। ਤੁਸੀਂ ਕਹਿ ਰਹੇ ਹੋ ਜੇ 2022 ਚ ਲੋਕਾਂ ਨੇ ਤੁਹਾਡੀ ਸਰਕਾਰ ਬਣਾਈ, ਤੁਸੀਂ ਮੈਨੀਫੈਸਟੋ ਚ ਰੱਖ ਰਹੇ ਹੋ ਕਿ ਤਿੰਨੇ ਕਾਨੂੰਨ ਪੰਜਾਬ ਚ ਲਾਗੂ ਹੋਣਗੇ, ਤੁਸੀਂ ਇਹ ਕਹਿ ਰਹੇ ਹੋ? ਬਿਲਕੁਲ ਬਿਲकुल ਕਿਸਾਨਾਂ ਨੂੰ ਸਮਝਾ ਕੇ ਕਿਸਾਨ ਆਪ ਮੰਨਣਗੇ ਵੀ ਠੀਕ ਹੈ ਜੀ, ਇਹ ਨਹੀਂ ਹੈ। ਅਸੀਂ ਉਹਨਾਂ ਨੂੰ ਗੱਲ ਕਰਾਂਗੇ, ਬੋਲੋ ਵੀ ਕੰਟੈਕਟ ਫਾਰਮਿੰਗ ਇਹ ਗੱਲਾਂ, ਇਹ ਕਹਿਣਗੇ ਯੈਸ, ਆ ਗੱਲ ਯੈਸ। ਕਿਸਾਨਾਂ ਨੂੰ ਕਹਿ ਕੇ ਸਮਝਾ ਕੇ ਅਸੀਂ ਮੈਨੀਫੈਸਟੋ ਰੱਖੇ, ਕਿਸਾਨਾਂ ਦਾ ਭਲਾ ਕਰਨਾ, ਅਸੀਂ ਕਿਸਾਨਾਂ ਦਾ ਬੁਰਾ ਨਹੀਂ ਕਰਨਾ। ਕਿਸਾਨ ਕਹਿ ਰਹੇ ਸਾਨੂੰ ਭਲਾ ਨਹੀਂ ਚਾਹੀਦਾ, ਘਰ ਤੇ ਵੜਨ ਨਹੀਂ ਦਿੱਤਾ ਜਾ ਰਿਹਾ, ਤੁਹਾਨੂੰ ਵਿਰੋਧ ਧਰਨੇ ਹੋ ਰਹੇ ਆ, ਤੁਸੀਂ ਕਹਿ ਰਹੇ ਹੋ ਮੈਨੀਫੈਸਟੋ 'ਚ ਇਹ ਗੱਲ ਰੱਖੋਗੇ। ਮੈਨੀਫੈਸਟੋ 'ਚ ਇਹ ਗੱਲ ਆ ਗਈ, ਇੱਕ ਪਾਸੇ ਤਾਂ ਸਰਕਾਰ ਗੱਲਬਾਤ ਕਰ ਰਹੀ ਹੈ ਕਿ ਜੋ ਖਾਮੀਆਂ ਉਹ ਅਸੀਂ ਦੂਰ ਕਰਾਂਗੇ, ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਮੈਨੀਫੈਸਟੋ 'ਚ ਰੱਖੋਗੇ, ਕਿਸਾਨਾਂ ਨੂੰ ਦੱਸੋਗੇ ਕਿ ਅਸੀਂ ਲਾਗੂ ਕਰਾਂਗੇ, ਪੰਜਾਬ ਸਾਡੀ ਸਰਕਾਰ। ਮੇਰੀ ਸੁਣੋ, ਖਾਮੀ ਇਹਦੇ 'ਚ ਹੈ ਹੀ ਨਹੀਂ। ਖਾਮੀ ਕੀ ਹੈ? ਉਹ ਤਾਂ ਲੋਕਾਂ ਦਾ ਮਾਨ ਸਨਮਾਨ ਕਰਨ ਵਾਸਤੇ ਸਰਕਾਰ ਕਹਿ ਰਹੀ ਹੈ। ਵੋਟ ਪਾਣਗੇ ਤੁਹਾਨੂੰ ਜੇ ਤੁਸੀਂ ਮੈਨੀਫੈਸਟੋ 'ਚ ਇਹ ਗੱਲ ਰੱਖਤੀ ਕਿ ਪੰਜਾਬ 'ਚ ਤਿੰਨੇ ਕਾਨੂੰਨ ਲਾਗੂ ਹੋਣਗੇ ਜੇ ਬੀਜੇਪੀ ਦੀ ਸਰਕਾਰ ਬਣੀ। ਇੱਕ ਤਾਂ ਤੁਸੀਂ ਲੜ ਪਹਿਲਾਂ ਇਕੱਲੇ ਤੌਰ ਤੇ ਰਹੇ ਹੋ, ਦੂਜਾ ਵਿਰੋਧ ਹੋ ਰਿਹਾ ਤੁਹਾਡਾ। ਇੱਕ ਗੱਲ ਸੁਣ ਲਓ, ਤੀਜੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣੇਗਾ ਔਰ 22 ਦੇ ਵਿੱਚ ਪੰਜਾਬ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ, ਲਿਖ ਲਓ। ਔਰ ਮੈਨੂੰ ਇਹ ਗੱਲ ਮੈਨੀਫੈਸਟੋ 'ਚ ਰੱਖੀ ਪੱਕਾ। ਲੋਕੀ ਕਹਿਣਗੇ ਰੱਖੋ, ਲੋਕ ਵੋਟ ਪਾਣਗੇ, ਜ਼ਮਾਨਤਾਂ ਜ਼ਬਤ ਹੋਣਗੀਆਂ। ਮੇਰੀ ਗੱਲ ਸੁਣੋ, ਕਿਉਂ ਹੋਣਗੀ? ਮੈਨੂੰ ਪਹਿਲੇ ਦੱਸੇ ਕੋਈ ਬੰਦਾ ਮੇਰੇ ਸਾਹਮਣੇ ਖੜ ਜੇ। ਇਹ ਰਾਜੇਵਾਲ ਨੂੰ ਮੈਂ ਕਿਹਾ ਸੀ, ਡਾਕਟਰ ਦਰਸ਼ਨਪਾਲ ਨੂੰ ਕਿਹਾ ਸੀ, ਮੈਂ ਡਿਬੇਟ ਦੇ ਵਿੱਚ ਇਹਨੂੰ ਕਿਹਾ ਸੀ ਕਿ ਨਾ ਇਹ ਲੱਖਵਾਲ ਨੂੰ ਕਿਹਾ ਸੀ, ਮੈਂ ਤੁਸੀਂ ਮੈਨੂੰ ਸਮਝਾ ਦਿਓ, ਮੈਂ ਸਾਰਾ ਕੁਝ ਛੱਡ ਦਿਆਂ ਜੇ ਇਹਦੇ ਵਿੱਚ ਨੁਕਸਾਨ ਹੈ। ਮੈਨੂੰ 2022 ਦੀਆਂ ਚੋਣਾਂ ਤੋਂ ਪਹਿਲਾਂ ਹੁਣ ਬੀਜੇਪੀ ਸਮਝਾਉਣ ਦਾ ਕੰਮ ਕਰੇਗੀ ਕਿ ਇਹ ਕਾਨੂੰਨ ਚੰਗੇ ਨੇ, ਤੁਸੀਂ ਇਹ ਕਹਿ ਰਹੇ ਹੋ?
2 महीने च समझ जाएंगे किसान। झूठ ज्यादा दिन नहीं चलती। यानी कानून वापस सरकार नहीं लेगी और 2022 च उल्टा मैनिफेस्टो रखेगी। मैं क्या कमेटी बन जे और इत्थों ਜਿਹੜੀ ਗੱਲ ਮੁੱਕੇ ਕਿਸਾਨ ਜਦੋਂ ਚਲੇ ਜਾਣ, ਜਦੋਂ ਕਿਸਾਨਾਂ ਨੂੰ ਗੱਲ ਸਮਝ ਆ ਜਾਏਗੀ, ਇਹ ਜਥੇਬੰਦੀਆਂ ਦਾ ਲੁਕਣਾ ਜਿਹੜਾ ਨਾ, ਜਿਹੜੇ ਕਿਸਾਨ ਦੇ ਆਗੂ ਫੜਦੇ ਨੇ, ਮੈਂ ਦੱਸਾਂਗਾ ਕੀ ਹੋਊਗਾ ਇਹਨਾਂ ਨਾਲ। ਜੇ ਤੁਸੀਂ ਮੈਨੀਫੈਸਟੋ 'ਚ ਰੱਖੋਗੇ ਲੋਕ ਵੋਟ ਪਾਣਗੇ ਤੁਹਾਨੂੰ। ਤੁਸੀਂ ਕਹਿ ਰਹੇ ਹੋ ਕਿ ਤਿੰਨੇ ਕਾਨੂੰਨ ਪੰਜਾਬ 'ਚ ਲਾਗੂ ਹੋਣਗੇ ਔਰ ਅਸੀਂ ਕੋਈ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੋਈ ਮਾੜੀ ਚੀਜ਼ ਨਹੀਂ ਰੱਖੀ। ਦੇਸ਼ ਦਾ ਪ੍ਰਧਾਨ ਮੰਤਰੀ ਗੁਜਰਾਤ ਦੇ 3 ਵਾਰ ਮੁੱਖ ਮੰਤਰੀ ਰਹੇ। ਅੱਜ ਦੇਸ਼ ਗੁਜਰਾਤ ਨੇ ਤਰੱਕੀ ਕੀਤੀ ਹੈ, ਉੱਥੇ ਜਾ ਕੇ ਕਿਸਾਨਾਂ ਦੀ ਤਰੱਕੀ ਹੋਏਗੀ, ਕਿਸਾਨਾਂ ਦੀ ਤਰੱਕੀ ਹੋਏਗੀ ਇਹਨਾਂ ਕਾਨੂੰਨਾਂ ਦੇ ਨਾਲ। ਤੁਸੀਂ ਇਹ ਮੈਨੀਫੈਸਟੋ 'ਚ ਗੱਲ ਰੱਖੋ। ਸਾਹਿਬ ਕਿਉਂ ਨਹੀਂ ਤਰੱਕੀ ਹੋਏਗੀ? ਕਿਸਾਨ ਕਦੇ ਮੋਦੀ ਸਾਹਿਬ ਔਰ ਸੋਚ ਸਮਝ ਕੇ ਕਾਨੂੰਨ, ਇਹ ਕਾਨੂੰਨ ਤਾਂ ਮੇਰੀ ਗੱਲ ਸੁਣੋ, ਕਿਸਾਨ ਤਾਂ ਕਹਿ ਰਹੇ ਚਾਹੀਦਾ ਹੀ ਨਹੀਂ ਸਾਨੂੰ ਨਾ ਤਰੱਕੀ ਚਾਹੀਦੀ ਨਾ ਭਲਾ ਚਾਹੀਦਾ। ਇਸ ਕਿਸਾਨ ਇਹ ਕਹਿ ਰਹੇ ਕਿਸਾਨਾਂ ਨੂੰ ਕਦੇ ਕੁਝ ਚਾਹੀਦਾ ਹੀ ਨਹੀਂ ਸੀ। ਅੱਜ ਤੱਕ ਹਰ ਇੱਕ ਚੀਜ਼ ਦਾ ਵਿਰੋਧ ਹੋਇਆ ਹੈ। ਅਬ ਕਿਸਾਨਾਂ ਨੇ ਮੋਦੀ ਸਾਹਿਬ ਤੋਂ ਕੋਈ ਸਿਲੰਡਰ ਥੋੜਾ ਮੰਗਿਆ ਸੀ। ਉਹ 6 ਵੋਟਾਂ ਪੈਣਗੀਆਂ ਤੁਹਾਨੂੰ, ਜਿਹੜੇ ਵਿਰੋਧ ਕਰ ਰਹੇ, ਜਿਹੜੇ ਧਰਨੇ ਲਾ ਰਹੇ, ਵੋਟਾਂ ਪਾਣਗੇ। ਮੇਰੀ ਗੱਲ ਸੁਣ ਲਓ, 5 ਲੱਖ ਰੁਪਇਆ ਇਲਾਜ ਵਾਸਤੇ ਦੇਣਾ ਸ਼ੁਰੂ ਕੀਤਾ, ਕੋਈ ਕਿਸਾਨਾਂ ਨੇ ਕਿਸੇ ਨੇ ਮੰਗਿਆ ਸੀ? ਮਾਤਾ ਭੈਣਾਂ ਨੂੰ ਸਿਲੰਡਰ ਦੇਣਾ ਸ਼ੁਰੂ ਕੀਤਾ, ਕਿਸੇ ਨੇ ਮੰਗਿਆ ਸੀ? ਮਕਾਨ ਪਾਣ ਦੀ ਗੱਲ ਤਾਂ ਚਲੋ ਮੈਨੀਫੈਸਟੋ ਤੇ ਸੀਗੀ, ਬਾਕੀ ਜਿਹੜੇ ਕੰਮ ਕੀਤੇ ਨੇ ਇਹ ਕੋਈ ਕਿਸਾਨਾਂ ਨੇ ਕਿਸੇ ਨੇ ਮੰਗਿਆ ਥੋੜਾ ਹੁੰਦਾ। ਤੁਸੀਂ ਕਹਿ ਰਹੇ ਹੋ ਕਿ ਇਹ ਮੈਨੀਫੈਸਟੋ 'ਚ ਗੱਲ ਹੋਏਗੀ ਔਰ ਲੋਕ ਵੋਟ ਵੀ ਪਾਣਗੇ, ਵਿਰੋਧ ਨਹੀਂ ਹੋਏਗਾ ਔਰ ਸਰਕਾਰ ਤੁਹਾਡੀ ਬਣੇਗੀ। ਤੁਸੀਂ ਵੀ ਇੱਥੇ ਹੋ, ਮੈਂ ਤੁਸੀਂ ਵੀ ਇੱਥੇ ਹੋ, ਮੈਂ ਵੀ ਇੱਥੇ ਹਾਂ। ਇਹੀ ਗੱਲ ਅਸੀਂ ਸਟੇਜਾਂ ਤੇ ਕਰਾਂਗੇ ਔਰ ਲੋਕ ਵੋਟ ਪਾਣਗੇ, ਸਰਕਾਰ ਬਣੇਗੀ। ਤਾਂ ਸੁਰਜੀਤ ਕੁਮਾਰ ਜੈਨੀ ਵੱਡਾ ਬਿਆਨ ਦੇ ਰਹੇ ਨੇ। ਉਹ ਕਹਿ ਰਹੇ ਨੇ ਕਿ 2022 ਦੇ ਮੈਨੀਫੈਸਟੋ 'ਚ ਬੀਜੇਪੀ ਇਹਨਾਂ ਤਿੰਨੇ ਕਾਨੂੰਨਾਂ ਦੇ ਦਮ ਤੇ ਚੋਣ ਲੜੇਗੀ ਔਰ ਇਹਨੇ ਤਿੰਨਾਂ ਕਾਨੂੰਨਾਂ ਨੂੰ ਪੰਜਾਬ 'ਚ ਅਗਰ ਬੀਜੇਪੀ ਦੀ ਸਰਕਾਰ ਆਈ ਤਾਂ ਲਾਗੂ ਕੀਤਾ ਜਾਏਗਾ। ਕੈਮਰਾਮੈਨ ਜਤਿੰਦਰ ਸਿੱਧੂ ਦੇ ਨਾਲ ਪੰਕਜ ਕਪਾਈ, ਨਿਊਜ਼ 18 ਦਿੱਲੀ। ਲਗਾਤਾਰ ਕਿਸਾਨ ਅੰਦੋਲਨ ਨੂੰ ਲੈ ਕੇ ਸਿਆਸਤ ਵੀ ਬੇਹੱਦ ਸਰਗਰਮੀਆਂ ਦੇ ਵਿੱਚ ਹੈ। ਬੀਜੇਪੀ ਵੱਲੋਂ ਸੀਐਮ ਕੈਪਟਨ ਤੇ ਹਮਲਾ ਬੋਲਿਆ ਗਿਆ। ਆਪਰੇਸ਼ਨ ਬਲੂ ਸਟਾਰ ਦੀ ਯਾਦ ਦਿਵਾਉਣ ਤੇ ਘੇਰਿਆ ਗਿਆ ਕੈਪਟਨ ਅਮਰਿੰਦਰ ਸਿੰਘ ਨੂੰ। ਆਲ ਪਾਰਟੀ ਮੀਟਿੰਗ ਦੇ ਵਿੱਚ ਕੈਪਟਨ ਨੇ ਇਸ ਦਾ ਜ਼ਿਕਰ ਕੀਤਾ ਸੀ। ਬੀਜੇਪੀ ਆਗੂ ਤਰੁਣ ਚੁਗ ਨੇ ਕੈਪਟਨ ਤੇ ਨਿਸ਼ਾਨੇ ਵੀ ਸਾਧੇ ਨੇ। 1994 ਦੀ ਮਾਨਸਿਕਤਾ ਤੋਂ ਬਾਹਰ ਨਹੀਂ ਆ ਸਕੇ ਨੇ ਕੈਪਟਨ ਅਮਰਿੰਦਰ ਸਿੰਘ। ਤਰੁਣ ਚੁਗ ਵੱਲੋਂ ਇਹ ਗੱਲ ਕਹੀ ਗਈ, ਕੈਪਟਨ ਦੀ ਸੋਚ ਅਜੇ ਵੀ ਅੰਮ੍ਰਿਤਸਰ ਘੋਸ਼ਣਾ ਪੱਤਰ ਵਾਲੀ ਹੈ ਔਰ ਕੈਪਟਨ ਦੀ ਸੋਚ ਪੰਜਾਬ ਦੇ ਲਈ ਖਤਰਨਾਕ ਹੈ। ਇਸ ਦੇ ਨਾਲ ਕੈਪਟਨ ਨੇ ਹਮੇਸ਼ਾ ਦੋਹਰੇ ਮਾਪਦੰਡ ਅਪਣਾਉਣ ਦਾ ਕੰਮ ਕੀਤਾ, ਇਹ ਵੀ ਤਰੁਣ ਚੁਗ ਵੱਲੋਂ ਕਿਹਾ ਗਿਆ। ਲਗਾਤਾਰ ਤੁਹਾਨੂੰ ਦੱਸਦੇ, ਇੱਕ ਪਾਸੇ ਕਿਸਾਨ ਅੰਦੋਲਨ ਚੱਲ ਰਿਹਾ ਤਾਂ ਦੂਜੇ ਪਾਸੇ ਲਗਾਤਾਰ ਸਿਆਸਤ ਵੀ ਇਸ ਵੇਲੇ ਗਰਮਾਈ ਹੋਈ ਹੈ, ਜਿਸ ਨੂੰ ਲੈ ਕੇ ਇੱਕ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਹੀ ਬੀਤੇ ਦਿਨ ਆਲ ਪਾਰਟੀ ਮੀਟਿੰਗ ਸੱਦੀ ਗਈ ਸੀ ਔਰ ਇਸ ਆਲ ਪਾਰਟੀ ਮੀਟਿੰਗ ਦੇ ਵਿੱਚ ਵਿਵਸਥਾ ਦੀ ਸਥਿਤੀ ਬੜੀ ਚਿੰਤਾਜਨਕ ਹੈ। ਜਦੋਂ ਪੋਲੀਟੀਕਲ ਪਾਰਟੀਆਂ ਦੇ ਲੀਡਰ ਸੇ ਲਗਾਤਾਰ ਹਮਲੇ ਹੋ ਰਹੇ ਔਰ ਸਰਕਾਰ ਪੂਰੀ ਤਰ੍ਹਾਂ ਚੁੱਪ ਹੈ। ਸਰਵਦਲੀय ਮੀਟਿੰਗ ਦੇ ਅੰਦਰ ਕੈਪਟਨ ਅਮਰਿੰਦਰ ਸਿੰਘ ਜੀ ਦੁਆਰਾ ਬਲੂ ਸਟਾਰ ਆਪਰੇਸ਼ਨ ਦੀ ਯਾਦ ਦਿਵਾਣਾ ਇਹ ਦਰਸਾਉਂਦਾ ਹੈ ਕਿ ਕੈਪਟਨ ਸਾਹਿਬ ਤੁਹਾਡੀ ਮਾਨਸਿਕਤਾ ਹਜੇ ਵੀ 1994 ਵਾਲੇ ਅੰਮ੍ਰਿਤਸਰ ਘੋਸ਼ਣਾ ਪੱਤਰ ਤੇ ਅੜੀ ਹੋਈ ਹੈ। ਹਜੇ ਵੀ ਤੁਹਾਡੇ ਦਿਮਾਗ 'ਚੋਂ ਅਲੱਗਵਾਦੀ ਵੱਖਵਾਦੀ ਸੋਚ ਜਿਹੜੀ ਹਸਤਾਖਰ ਤੁਸੀਂ ਅੰਮ੍ਰਿਤਸਰ ਘੋਸ਼ਣਾ ਪੱਤਰ ਨੂੰ 1994 'ਚ ਕੀਤੇ ਸੀ ਉਹਦੇ ਵੱਲ ਲਿਜਾ ਰਹੇ ਹੋ ਔਰ ਇਹ ਜਿਹੜੇ ਤੁਹਾਡੇ ਬਿਆਨ ਨੇ ਇਹ ਪੰਜਾਬ ਦੇ ਆਮ ਜਨਮਾਨਸ ਨੂੰ, ਪੰਜਾਬ ਦੇ ਵਪਾਰ ਨੂੰ, ਇੰਡਸਟਰੀ ਨੂੰ, ਪੰਜਾਬ ਦੇ ਆਮ ਨਾਗਰਿਕ ਨੂੰ ਡਰਾਉਣ ਵਾਲੇ ਨੇ। ਕੈਪਟਨ ਸਾਹਿਬ 1984 'ਚ ਜਿਹੜਾ ਬਲੂ ਸਟਾਰ ਆਪਰੇਸ਼ਨ ਹੋਇਆ ਸੀ, ਜਦੋਂ ਸ਼੍ਰੀ ਹਰਮੰਦਰ ਸਾਹਿਬ ਵਰਗੇ ਪਵਿੱਤਰ ਸਥਾਨ ਦੇ ਉੱਤੇ ਟੈਂਕ ਬੰਬ ਚਲਾਏ, ਗੋਲੇ ਚਲਾਏ, ਟੈਂਕ ਵਾੜੇ, ਉਦੋਂ ਤੁਹਾਡੀ ਕਾਂਗਰਸ ਦੀ ਕੇਂਦਰ 'ਚ ਸਰਕਾਰ ਸੀ। ਜਦੋਂ 1984 ਸਿੱਖ ਨਾਲ ਕਤਲੋ ਗਾਰਤ ਦਿੱਲੀ 'ਚ ਪੂਰੇ ਹਿੰਦੁਸਤਾਨ 'ਚ ਹੋਇਆ, ਉਦੋਂ ਹਿੰਦੁਸਤਾਨ 'ਚ ਕਾਂਗਰਸ ਦੀ ਸਰਕਾਰ ਸੀ ਔਰ ਸਾਰੇ ਹੀ ਕਾਤਲ ਕਾਂਗਰਸ ਪਾਰਟੀ ਤੋਂ ਸਨ। ਔਰ ਅੱਜ ਉਸੇ ਹੀ ਕਾਂਗਰਸ ਪਾਰਟੀ ਦੇ ਮੁਖੀਆ, ਮੁੱਖ ਮੰਤਰੀ ਬਣ ਕੇ ਤੁਸੀਂ ਪੰਜਾਬ 'ਚ ਕੰਮ ਕਰ ਰਹੇ ਹੋ। ਅੱਜ ਤੱਕ ਦੋਨੋਂ ਗੱਲਾਂ ਤੇ ਤੁਸੀਂ ਸਟੈਂਡ ਸਪਸ਼ਟ ਨਹੀਂ ਕੀਤਾ ਔਰ ਪੰਜਾਬ ਦੀ ਲਾਅ ਐਂਡ ਆਰਡਰ ਨੂੰ ਸਮੇਟੋ ਮੁੱਖ ਮੰਤਰੀ ਸਾਹਿਬ। ਔਰ ਇਹ ਜਿਹੜੇ ਪੰਜਾਬ ਦੇ ਆਮ ਨਾਗਰਿਕ ਨੂੰ ਡਰਾਉਣ ਵਾਲੇ ਬਿਆਨ ਤੁਸੀਂ ਸਰਵਦਲੀ ਬੈਠਕ 'ਚ ਦਿੱਤੇ, ਮੈਂ ਉਹਦੀ ਕੜੀ ਨਿੰਦਾ ਕਰਨਾ। ਹੁਣ ਅਗਲੀ ਵੱਡੀ ਖਬਰ ਦਾ ਰੁਖ ਕਰਦੇ ਹਾਂ। ਖੇਤੀ ਕਾਨੂੰਨਾਂ ਤੇ ਸੁਪਰੀਮ ਕੋਰਟ ਦੀ ਫਿਲਹਾਲ ਕਮੇਟੀ ਦੀ ਮੀਟਿੰਗ ਜਾਰੀ ਹੈ। 3 ਮੈਂਬਰੀ ਕਮੇਟੀ ਦੀ ਮੀਟਿੰਗ ਚੱਲ ਰਹੀ ਹੈ ਔਰ ਕਮੇਟੀ ਨੇ ਪਿਛਲੇ ਦਿਨੀ ਮੰਗੇ ਸਨ ਸੁਝਾਅ, ਅਖਬਾਰਾਂ ਦੇ ਵਿੱਚ ਵਿਗਿਆਪਨ ਦੇ ਕੇ ਸੁਝਾਅ ਮੰਗੇ ਗਏ ਸਨ। ਕਮੇਟੀ ਨੇ 2 ਮਹੀਨਿਆਂ ਦੇ ਵਿੱਚ ਆਪਣੀ ਰਿਪੋਰਟ ਦੇਣੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸੁਝਾਅ ਮੰਗੇ ਗਏ ਸੀ ਇਸ ਕਮੇਟੀ ਵੱਲੋਂ ਔਰ ਅਖਬਾਰਾਂ ਦੇ ਵਿੱਚ ਵਿਗਿਆਪਨ ਇਸ਼ਤਿਹਾਰ ਦੇ ਕੇ ਇਹਨਾਂ ਵੱਲੋਂ ਸੁਝਾਅ ਮੰਗੇ ਗਏ ਸੀ ਔਰ ਇਹ ਸੁਝਾਅ ਜੋ ਆਮ ਲੋਕਾਂ ਵੱਲੋਂ ਦਿੱਤੇ ਜਾਣਗੇ, ਇਸ ਦਾ ਅਸਰ ਖੇਤੀ ਕਾਨੂੰਨਾਂ ਦੇ ਲਈ ਜੋ ਇਹਨਾਂ ਵੱਲੋਂ ਰਿਪੋਰਟ ਤਿਆਰ ਹੋਣੀ ਹੈ ਉਸ ਤੇ ਵੀ ਅਸਰ ਪੈ ਸਕਦਾ ਹੈ।
बैठक है, प्रमोद जोशी जी हमारे साथ बात करने के लिए मौजूद है। सर, आप कुछ कहना चाहेंगे? लगातार बैठकें चल रही हैं, सुप्रीम कोर्ट अपना डिसीजन आप लोगों पर निर्भर करता है। आप लोग जो रिपोर्ट भेजेंगे, क्या लगता है सर, कुछ पॉजिटिव हो रहा है? ठीक हो रहा है। अभी बातें चल रही हैं, किसानों से बातें कर रहे हैं और अलग अलग राज्यों से किसान आ रहे हैं, उनके रिप्रेजेंटेटिव्स आ रहे हैं, फार्मर प्रोड्यूसर्स ऑर्गेनाइजेशन आ रही हैं, सबसे बात कर रहे हैं। रिपोर्ट बन जाएगी तो डिस्कस करेंगे इसके बाद। जोशी जी, बड़ी उम्मीदें हैं आप लोग की कमेटी से, क्योंकि सुप्रीम कोर्ट देश की सबसे बड़ी अदालत है और सब कुछ निर्भर करता है आप लोगों पे। क्या एकदम निष्पक्ष रिपोर्ट पेश होगी? वो सबकी हक की बात, जो किसान सड़कों पे बैठे हैं गाजीपुर पे, सिंगू बॉर्डर पे, क्या लगता है उन सबकी बातें रखी जाएगी? सबकी बातें रखी जाएंगी, सबकी बातें रखी जाएंगी और बिल्कुल निष्पक्ष तरीके से होगी, ट्रांसपेरेंट तरीके से होगी। आज प्रेस वार्ता करेंगे आप लोग? कुछ जानकारी अभी नहीं, अभी हम लोग डिस्कस करेंगे फिर बता। कल फिर मीटिंग है, फिर कर देंगे। तो साफ तौर पे आपने देखा कि सबकी बात रखी जाएगी। प्रमोद जोशी जी हमारे साथ मौजूद थे, कैमरा पर्सन नगेंद्र के साथ मैं रवि मिश्रा, न्यूज़ 18 नई दिल्ली। ਹੁਣ ਅਗਲੀ ਵੱਡੀ ਖਬਰ ਦਾ ਰੁਖ ਕਰਦੇ ਹਾਂ। ਅੱਜ ਵਿਰੋਧੀ ਦਲਾਂ ਦੇ ਕੁਝ ਸਾਂਸਦ ਗਾਜ਼ੀਪੁਰ ਬਾਰਡਰ ਪਹੁੰਚੇ ਹੋਏ ਸੀ ਕਿਸਾਨਾਂ ਨੂੰ ਆਪਣਾ ਸਮਰਥਨ ਦੇਣ ਵਾਸਤੇ ਔਰ ਫਿਲਹਾਲ ਗਾਜ਼ੀਪੁਰ ਬਾਰਡਰ ਤੋਂ ਇਹ ਸਾਰੇ ਸਾਂਸਦ ਵਾਪਸ ਆ ਗਏ ਨੇ। ਕਿਸਾਨਾਂ ਦੇ ਨਾਲ ਇਹਨਾਂ ਦੀ ਮੁਲਾਕਾਤ ਨਹੀਂ ਹੋ ਸਕੀ ਔਰ ਦਿੱਲੀ ਪੁਲਿਸ ਨੇ ਬੈਰੀਕੇਡਿੰਗ ਤੋਂ ਹੀ ਇਹਨਾਂ ਨੂੰ ਵਾਪਸ ਮੋੜ ਦਿੱਤਾ। 10 ਵਿਰੋਧੀ ਦਲਾਂ ਦੇ ਸਾਂਸਦ ਮਿਲਣ ਪਹੁੰਚੇ ਹੋਏ ਸੀ, ਜਿਨ੍ਹਾਂ ਦੇ ਵਿੱਚ ਸਾਬਕਾ ਯੂਨੀਅਨ ਮਿਨਿਸਟਰ ਹਰਸਿਮਰਤ ਕੌਰ ਬਾਦਲ ਸਮੇਤ ਤ੍ਰਿਣਮੂਲ ਕਾਂਗਰਸ ਦੇ ਵੀ ਆਗੂ ਮੌਜੂਦ ਸੀ। ਇਸ ਦੇ ਨਾਲ ਡੀਐਮਕੇ ਦੇ ਵੀ ਉੱਥੇ ਨੇਤੇ ਮੌਜੂਦ ਸੀ ਔਰ ਵਫਦ ਦੇ ਵਿੱਚ ਹਰਸਿਮਰਤ ਬਾਦਲ ਵੀ ਸ਼ਾਮਿਲ ਸੀ। ਲੋਕ ਸਭਾ ਸਪੀਕਰ ਨੂੰ ਫਿਲਹਾਲ ਇਸ ਦੀ ਸ਼ਿਕਾਇਤ ਦਿੱਤੀ ਜਾਵੇਗੀ ਕਿਉਂਕਿ ਅੱਜ ਆਪਣਾ ਸਮਰਥਨ ਦੇਣ ਵਾਸਤੇ ਪਹੁੰਚੇ ਹੋਏ ਸੀ ਗਾਜ਼ੀਪੁਰ ਬਾਰਡਰ ਇਹ तमाम ਵਿਰੋਧੀ ਦਲ ਦੇ ਸਾਂਸਦ ਔਰ ਇਹਨਾਂ ਨੂੰ ਉੱਥੇ ਮੁਲਾਕਾਤ ਨਹੀਂ ਕਰਨ ਦਿੱਤੀ ਗਈ ਕਿਸਾਨਾਂ ਦੇ ਨਾਲ ਔਰ ਪੁਲਿਸ ਨੇ ਇਹਨਾਂ ਨੂੰ ਬੈਰੀਕੇਡ ਤੋਂ ਹੀ ਵਾਪਸ ਮੋੜ ਦਿੱਤਾ। ਅਗਲੀ ਵੱਡੀ ਖਬਰ ਸਿੰਘੂ ਬਾਰਡਰ ਤੋਂ ਆ ਰਹੀ ਹੈ। ਬੇहद ਮੰਦਭਾਗੀ ਖਬਰ, ਕਿਸਾਨ ਅੰਦੋਲਨ ਦੇ ਵਿੱਚ ਇੱਕ ਹੋਰ ਕਿਸਾਨ ਦੀ ਮੌਤ ਹੋਈ ਹੈ। ਸਿੰਘੂ ਬਾਰਡਰ ਤੇ ਇੱਕ ਕਿਸਾਨ ਨੇ ਦਮ ਤੋੜ ਦਿੱਤਾ ਹੈ। ਹਾਰਟ ਅਟੈਕ ਇਸ ਦੀ ਵਜ੍ਹਾ ਦੱਸੀ ਜਾ ਰਹੀ ਹੈ, ਮੌਤ ਦੀ ਵਜ੍ਹਾ। ਔਰ ਬਰਨਾਲਾ ਦਾ ਰਹਿਣ ਵਾਲਾ ਸੀ ਜਸਮੇਲ ਸਿੰਘ 25 ਨਵੰਬਰ ਤੋਂ ਸਿੰਘੂ ਬਾਰਡਰ ਤੇ ਡਟਿਆ ਹੋਇਆ ਸੀ। ਤੇ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਵੱਲੋਂ ਜਦੋਂ ਕੂਚ ਕੀਤਾ ਗਿਆ ਉਦੋਂ ਤੋਂ ਇਹ ਲਗਾਤਾਰ ਡਟਿਆ ਹੋਇਆ ਸੀ ਜਸਮੇਲ ਸਿੰਘ, ਜਿਸ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ ਤੇ ਲਗਾਤਾਰ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਫਿਲਹਾਲ ਇਸ ਘਟਨਾ ਤੇ ਵਧੇਰੇ जानकारी वास्ते मेरे सहयोगी नितिन अंतिल साथ नाल जुड़े हुए ने। नितिन, सिंघू बॉर्डर पर एक और मौत का मामला सामने आया, क्या कुछ जानकारी आपके पास? जी बिल्कुल, मैं आपको बता दूं कि कल भी एक पर जो तरन तारण पंजाब के रहने वाले किसान थे उनकी मौत हुई, तो आज भी पंजाब के रहने वाले हैं ये जसमेल जिनकी 45 साल उम्र है, उनकी भी हत्या गति रुकने से जो प्राथमिक जांच सामने आया है कि मौत हुई है। फिलहाल जो अब तक का आंकड़ा सोनीपत का 16 किसानों ने अपनी जान गंवाई है। फिलहाल पुलिस ने अब शव को पोस्टमार्टम के लिए सिविल अस्पताल भेज दिया है और मामले की जांच कर रही है। जी नितिन, कितनी उम्र थी इनकी जिनकी आज मौत हुई है? जी बिल्कुल, इनकी उम्र 45 साल बताई जा रही है और बताया जा रहा है कि शुरुआत से ही आंदोलन में शामिल थे और घर पर आते जाते रहते थे, लेकिन देर रात इनकी तबीयत ज्यादा खराब हो गई, जिसके बाद इन्हें सबसे पहले एक निजी अस्पताल में ले जाया गया। वहां पर डॉक्टरों ने इसे मृत घोषित कर दिया और फिर शव को सोनीपत के सेमन अस्पताल में फिलहाल रखवाया गया, जहाँ पर पुलिस पहुंच चुकी है। अभी इसके परिजन नहीं आए। जो साथी किसान है वहीं वो मौजूद हैं और उनका ये कहना है कि रात को तबीयत ज्यादा डाउन हुई थी और हार्ट अटैक के कारण इसकी मौत हुई है। जी शुक्रिया नितिन इस खबर पर तमाम जानकारी के लिए। तो ਤੁਹਾਨੂੰ ਦੱਸ ਦਈਏ ਕਿ ਇੱਕ ਹੋਰ ਮੌਤ ਦਾ ਮਾਮਲਾ ਸਿੰਘੂ ਬਾਰਡਰ ਤੋਂ ਸਾਹਮਣੇ ਆਇਆ। 45 ਸਾਲ ਦੀ ਉਮਰ ਦੱਸੀ ਜਾ ਰਹੀ ਹੈ, ਕੋਈ ਬਹੁਤੀ ਵੱਡੀ ਉਮਰ ਨਹੀਂ ਹੈ। ਹਾਲਾਂਕਿ ਵਜ੍ਹਾ ਹਾਰਟ ਅਟੈਕ ਦੱਸੀ ਜਾ ਰਹੀ ਕਿਉਂਕਿ ਜੋ ਹਾਲਾਤ ਇਸ ਵੇਲੇ ਵੱਖ-ਵੱਖ ਬਾਰਡਰਾਂ ਤੇ ਬਣੇ ਹੋਏ ਨੇ ਉਹ ਬਿਲਕੁਲ ਵੀ ਨਾਰਮਲ ਹਾਲਾਤ ਨਹੀਂ ਕਹਿ ਸਕਦੇ, ਜਿਸ ਨੂੰ ਲੈ ਕੇ ਲਗਾਤਾਰ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਆ ਰਹੀ ਹੈ। ਅੰਮ੍ਰਿਤਸਰ ਦੇ ਵਿੱਚ ਪੁਲਿਸ ਮੁਲਾਜ਼ਮ ਨੇ ਖੁਦਕੁਸ਼ੀ ਕਰ ਲਈ ਹੈ। ਪੀਸੀਆਰ ਦੇ ਵਿੱਚ ਤੈਨਾਤ ਜਵਾਨ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਔਰ ਖੁਦਕੁਸ਼ੀ ਦੀ ਵਜ੍ਹਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਮਾਮਲੇ ਦੀ ਜਾਂਚ ਦੇ ਵਿੱਚ ਫਿਲਹਾਲ ਪੁਲਿਸ जुट गई है। तो बड़ी खबर ਤੁਹਾਨੂੰ ਅੰਮ੍ਰਿਤਸਰ ਦੀ ਦੱਸ ਰਹੀ ਜਿੱਥੇ ਕਿ ਇੱਕ ਪੁਲਿਸ ਮੁਲਾਜ਼ਮ ਵੱਲੋਂ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਪੁਲਿਸ ਮੁਲਾਜ਼ਮ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ਔਰ ਖੁਦ ਨੂੰ ਗੋਲੀ ਮਾਰ ਕੇ ਇਸਨੇ ਆਪਣੀ ਜ਼ਿੰਦਗੀ ਖਤਮ ਕਰ ਲਈ ਹੈ ਔਰ ਖੁਦਕੁਸ਼ੀ ਦੀ ਅਸਲ ਵਜ੍ਹਾ ਅਜੇ ਤੱਕ ਸਾਫ਼ ਨਹੀਂ ਹੋ ਸਕੀ ਹੈ। ਹਾਲਾਂकि
हालांकि जो पुलिस मुलाजम है उन्होंने परिजन उत्थे पहुंच चुके ने, जो रिश्तेदार ने वो पहुंच चुके ने और मामले की फिलहाल पुलिस जांच दे विच जुट गई है। दस्सिया जा रहा है कि पीसीआर वैन दे विच इन्हां दी तैनाती हुंदी सी तां हजे वजह साफ नहीं हो सकी है। पर वड्डी खबर तुहानूं दस रहे जिथे कि अमृतसर दे विच एक पुलिस मुलाजम वालों खुदकुशी का मामला सामने आया और गोली मार के इस पुलिस मुलाजम ने अपनी जिंदगी खत्म कर ली है। ਆਉਣਾ ਹੈ ਵੀ ਤਾਂ ਆ ਗੱਲਬਾਤ ਹੋ ਕੀ ਗਈ ਸੁਣਾ ਆਇਆ ਤੁਹਾਨੂੰ ਪਿੰਡ ਠੀਕ ਹੈ ਵੀ ਠੀਕ ਨਹੀਂ ਉੱਥੇ ਗੋਲੀ ਲੱਗ ਗਈ ਗੋਲੀ ਲੱਗੀ ਹੈ। ਹਾਂਜੀ ਤਾਂ ਪਹਿਲਾਂ ਕਦੀ ਤੁਸੀਂ ਮਿਲਦੇ ਸੀ ਉਦੋਂ ਕੋਈ ਗੱਲਬਾਤ ਨਹੀਂ ਨਾ ਹੋਈ ਜੀ, ਵੀ ਕੋਈ ਗੱਲ ਮੈਂ ਨਹੀਂ। ਟੈਨਸ਼ਨ ਚ ਵਾਂ ਕਿਸੇ ਚ ਨਾ ਨਾ ਕਿਸੇ ਗੱਲਬਾਤ ਨਹੀਂ ਹਾਂ। ਵਧੀਆ ਡਿਊਟੀ ਕਰਦੇ ਵਧੀਆ ਆਪਣੀ ਅੰਮ੍ਰਿਤਸਰ ਗਿਆ ਸੀ। ਕਿੰਨੀ ਉਮਰ ਇਹਨਾਂ ਦੀ ਤੇ ਕਿੰਨੇ ਬੱਚੇ ਆ? ਇੱਕ ਕਾਕਾ ਇੱਕ ਗੁੱਡੀ ਹੈ ਜੀ। ਹਾਂਜੀ ਸਰ ਕੀ ਮਾਮਲਾ ਹੈ ਜੀ? ਸਾਡੇ ਜੀ ਐਕਸ-ਰੇ 6 ਥਾਣਾ ਬੀ ਡਿਵੀਜ਼ਨ ਏਰੀਆ 'ਚ ਚੱਲਦਾ ਸੀਗਾ, ਜਿੱਥੇ ਏਐਸਆਈ ਮਨਜੀਤ ਸਿੰਘ ਡਿਊਟੀ ਕਰਦੇ ਸੀਗੇ। ਇਹਨਾਂ ਦੀ ਨਾਈਟ ਸ਼ਿਫਟ ਸੀਗੀ ਰਾਤ 8 ਤੋਂ ਸਵੇਰੇ 8 ਵਜੇ ਤੱਕ। ਤਾਂ ਅੱਜ ਸਵੇਰੇ ਕਰੀਬ ਕੋਈ 7 ਕੁ ਵਜੇ ਜੋ ਬਾਰਿਸ਼ ਆਈ ਆ ਤੇ ਗਸ਼ਤ ਦੌਰਾਨ ਇਹ ਆਪਣੇ ਸੁਲਤਾਨਵਿੰਡ ਰੋਡ ਤੇ ਇੱਕ ਪੈਟਰੋਲ ਪੰਪ ਆ ਉੱਥੇ ਆਏ ਸੀਗੇ ਔਰ ਉੱਥੇ ਅਚਾਨਕ ਗੋਲੀ ਚੱਲਣ ਨਾਲ ਮਨਜੀਤ ਸਿੰਘ ਏਐਸਆਈ ਦੀ ਮੌਤ ਹੋ ਗਈ। ਸਰ ਪੈਟਰੋਲ ਪੰਪ ਤੇ ਕੀ ਕਰਨਾ ਹੈ? ਉਹਨਾਂ ਦੀ ਬੀਟ ਦਾ ਏਰੀਆ ਸੀਗਾ ਜੀ ਤੇ ਮੀਂਹ और अगली वड्डी खबर गाजीपुर बॉर्डर तो आ रही है। गाजीपुर तो बॉर्डर तो किला हटाउण ते दिल्ली पुलिस का एक बयान सामने आया है। पुलिस ने कहा कि बॉर्डर तो किला नहीं हटाइया जा रही, सिर्फ किला की जगह बदली जा रही है। दिल्ली पुलिस ने कहा कि बॉर्डर ते हुण भी तैयारियां पहलां वर्गियां ही ने और इस तो पहला दिल्ली पुलिस वालों गाजीपुर बॉर्डर तो किला हटाउण दी खबर आई सी। न्यूज़ 18 पंजाब वालों भी एक खबर दिखाई गई सी जिस दे विच जिक्र किया गया सी कि विवाद तो बाद गाजीपुर बॉर्डर तो किला हटाइया जा रही ने, पर उससे हुण स्पष्टीकरण दिता गया दिल्ली पुलिस वालों और कहा गया है कि यह किला नहीं हटाइया जा रही, हालांकि इन्हां दी थां जरूर बदली जा रही है। तो तुसीं देख सकते हो कि काम जिहड़ा कीता जा रहा है हजे भी किला ज्यों दियां त्यों ने और इस किला दी हालांकि जगह जरूर बदल दी गई है। फिलहाल वेला एक छोटे जे कमर्शियल ब्रेक दा, अगे भी खबरां दा सिलसिला न्यूज़ 18 पंजाब हरियाणा हिमाचल ते लगातार जारी है।